ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। माटी का क्या तो पै स्वामी, मानस की गत एही, जेता समुंद सागर नीर भरिया, तेते अवगुण हमारे। दया करो दया करो दया करो, किछ मेर उपावो। डुबदे पत्थर तारे, जीअड़ा अगन बराबर तपै, भीतर वगै काती। प्रणवत नानक हुक्म पछाणै, सुख होवै दिन राती। प्रणवत नानक हुक्म पछाणै, सुख होवै दिन राती। परम सन्मानयोग सतगुरु धन धन ਸਾਹਿਬ श्री गुरु ग्रंथ ਸਾਹਿਬ महाराज जी, जिन्हां दी पावन अते पवित्र हजूरी अंदर रात्रि दे दीवाना विच हाजरियां भर के गुरबाणी पढ़ सुन के सत संगत करके अपना मनुखा जीवन सफला कर रहे अति सत्कारयोग गुरु सवारे सत संगी जनों, आओ सतगुरां दी किरपा दे सदका पावन बाणी दे शब्द कीर्तन आप जी ने बड़े प्यार ते सत्कार दे नाल श्रवण कीते ने। नेता प्रति दी तरह 10वें पातशाह धन धन ਸਾਹਿਬ श्री गुरु गोबिंद सिंह ਸਾਹਿਬ महाराज जी दे पावन जीवन दियां अमोलक विचारां दे राही ਸਾਹਿਬ श्री गुरु ग्रंथ ਸਾਹਿਬ महाराज जी दे पावन चरणां नाल जुड़न दा यतन करिए। कल दे समय तक आपां सारे जने मिल के विचार रहे सी सतगुरु धन धन ਸਾਹਿਬ श्री गुरु गोबिंद सिंह ਸਾਹਿਬ महाराज जी, जिन्हां ने अपने जीवन काल दे विच जीवन दे आरंभता तो लैके कह लीए इस तरह दियां विचारां इस तरह दे कारज दुनिया दे सामने करके विखा दिते, जेड़े कि अज तक दुनिया दे अंदर कोई मनुख कोई दुनिया दा रहबर नहीं सी कर सकिया। जीवन की आरंभता तो लैके पूरा जीवन ही इस तरह के कारजां दे नाल भरिया होया है। आम काम नहीं, आम काम ते मनुख दुनिया दे आम करते ही फिरदे ने,
ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦਾ ਇੱਕ ਇੱਕ ਕਾਰਜ ਜਿਹੜਾ ਵਿਚਾਰਨਯੋਗ ਹੈ, ਜਿਹੜਾ ਦੁਨੀਆ ਦੇ ਵਿੱਚ ਨਾ ਕਦੇ ਕਿਸੇ ਨੇ ਪਹਿਲਾਂ ਕੀਤਾ ਸੀ ਤੇ ਨਾ ਕੋਈ ਬਾਅਦ ਵਿੱਚ ਕਰ ਸਕਿਆ, ਨਾ ਹੀ ਕੋਈ ਕਦੇ ਕਰ ਪਾਏਗਾ। ਜੋ ਆਪਾਂ ਕੱਲ ਵਿਚਾਰ ਰਹੇ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 1699 ਦੀ ਵਿਸਾਖੀ 30 ਮਾਰਚ ਭੱਟ ਵਹੀਆਂ ਦੇ ਮੁਤਾਬਕ ਮੰਗਲਵਾਰ ਦਾ ਦਿਨ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕੀਤੀ, ਫੈਸਲਾ ਕੀਤਾ ਹੈ ਕਿ ਅੱਜ ਖਾਲਸਾ ਪ੍ਰਗਟ ਕਰ ਦੇਣਾ ਹੈ। ਮੈਂ ਪਿੱਛੇ ਵੀ ਬੜੀ ਵਾਰੀ ਬੇਨਤੀ ਕਰਦਾ ਹੁੰਨਾ ਕਿ 3 ਪੁਰਬ ਐਸੇ ਨੇ ਦੁਨੀਆ ਦੇ ਅੰਦਰ, ਸਿੱਖ ਜਗਤ ਦੇ ਅੰਦਰ, ਜਿਹੜੇ ਆਪਾਂ ਨਾ ਕਦੇ ਮਨਾਏ ਨੇ, ਨਾ ਕਦੇ ਮਨਾਏ ਜਾਣਗੇ। ਬੜੀ ਵਾਰੀ ਪਿੱਛੇ ਵੀ ਬੇਨਤੀ ਕੀਤੀ ਆ, ਤੁਹਾਡੇ ਸਾਰਿਆਂ ਦੇ ਮਨ ਵਿੱਚ ਆ ਗਏ ਹੋਣੇ ਨੇ। ਉਹ ਪਹਿਲਾ ਤਾਂ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ। ਆਪਾਂ ਕਦੇ ਨਹੀਂ ਮਨਾਇਆ, ਨਾ ਕਦੇ ਸਿੱਖ ਜਗਤ ਮਨਾ ਪਾਏਗਾ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਦ ਕਾਲ ਤੋਂ ਹੀ ਗੁਰੂ ਨੇ, ਉਹਨਾਂ ਦਾ ਗੁਰਤਾ ਗੱਦੀ ਦਿਵਸ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਸੀਂ ਪਹਿਲਾ ਪ੍ਰਕਾਸ਼ ਪੁਰਬ ਮਨਾਉਂਦੇ ਹਾਂ, ਗੁਰਤਾ ਗੱਦੀ ਦਿਵਸ ਮਨਾਉਂਦੇ ਹਾਂ। ਪਰ ਜਿੰਨੀ ਦੇਰ ਤੱਕ ਦੁਨੀਆ ਰਹੇਗੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਨਹੀਂ ਆਏਗਾ। ਤੀਸਰਾ ਹੈ, ਜਿਹੜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਹਿਮਤ ਕੀਤੀ, ਖਾਲਸੇ ਦਾ ਪ੍ਰਗਟ ਦਿਹਾੜਾ ਤਾਂ ਆਪਾਂ ਹਰ ਸਾਲ ਮਨਾਉਂਦੇ ਹਾਂ, ਪਰ ਸਤਿਗੁਰਾਂ ਨੇ ਕਿਰਪਾ ਕੀਤੀ ਸੀ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਖਾਲਸੇ ਦਾ ਪ੍ਰਗਟ ਦਿਹਾੜਾ ਆਪਾਂ ਮਨਾਉਂਦੇ ਆ। ਜੇ ਖਾਲਸਾ ਗੁਰੂ ਦਾ ਬਣ ਕੇ ਰਹੇਗਾ, ਧਿਆਨ ਮਾਰ ਕੇ ਦੇਖਿਓ ਕਿੰਨੇ ਵੱਡੇ ਵੱਡੇ ਹਮਲੇ ਹੋਏ, ਹੁਣ ਵੀ ਹੋ ਰਹੇ ਨੇ। ਰਹਿੰਦੀ ਦੁਨੀਆ ਦੇ ਤੱਕ, ਦੁਨੀਆ ਰਹੇ ਜਾਂ ਨਾ ਰਹੇ, ਖਾਲਸੇ ਦਾ ਕਦੇ ਜੋਤੀ ਜੋਤ ਪੁਰਬ ਨਹੀਂ ਆਏਗਾ। ਇਹ 3 ਪੁਰਬ ਨੇ ਜਿਹੜੇ ਸਿੱਖ ਜਗਤ ਨੇ ਕਦੇ ਨਹੀਂ ਮਨਾਏ, ਨਾ ਕਦੇ ਮਨਾਏਗਾ। ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕੀਤੀ, 5 ਪਿਆਰੇ ਸਹਿਬਾਨਾਂ ਦੀ ਚੋਣ ਕਰ ਲਈ ਹੈ। ਇੱਕ ਵਾਰੀ ਨਾਮ ਦੱਸ ਕੇ ਫਿਰ ਆਪਾਂ ਅਗਲੀ ਲੜੀ ਜਿਹੜੀ ਹੈ ਉਹ ਆਰੰਭ ਕਰਦੇ ਹਾਂ। ਬੜੇ ਧਿਆਨ ਦੇ ਵਿੱਚ ਰੱਖਣੇ ਆਪਾਂ ਸਾਰਿਆਂ ਨੇ ਲੜੀਵਾਰ ਨਾਮ ਜਿਹੜੇ ਨੇ। ਸਭ ਤੋਂ ਪਹਿਲਾਂ ਸਤਿਗੁਰਾਂ ਦਾ ਹੁਕਮ ਮੰਨ ਕੇ ਆਏ ਭਾਈ ਦਇਆ ਰਾਮ ਜੀ, ਲਾਹੌਰ ਤੋਂ ਚੱਲ ਕੇ ਆਏ ਨੇ। ਦੂਜੇ ਨੰਬਰ ਤੇ ਆਏ ਨੇ ਭਾਈ ਧਰਮਦਾਸ ਜੀ, ਦਿੱਲੀ ਤੋਂ ਚੱਲ ਕੇ ਆਏ ਨੇ। ਤੀਸਰੇ ਨੰਬਰ ਤੇ ਚੱਲ ਕੇ ਆਏ ਨੇ ਭਾਈ ਹਿੰਮਤ ਚੰਦ ਜੀ, ਇਹ ਜਗਨਨਾਥਪੁਰੀ ਤੋਂ ਆਏ ਨੇ। ਚੌਥੇ ਨੰਬਰ ਤੇ ਆਏ ਨੇ ਭਾਈ ਮੋਹਕਮ ਸਿੰਘ ਜੀ, ਇਹ ਦਵਾਰਕਾ ਤੋਂ ਆਏ ਨੇ। 5ਵੇਂ ਨੰਬਰ ਤੇ ਆਏ ਨੇ ਭਾਈ ਸਾਹਿਬ ਚੰਦ ਜੀ, ਇਹ ਬਿਦਰ ਤੋਂ ਆਏ ਸਨ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੇ ਸੀਸ ਭੇਟ ਕਰ ਦਿੱਤੇ। ਸਤਿਗੁਰਾਂ ਨੇ ਅੱਜ 5 ਦੇ ਵਿੱਚੋਂ ਖਾਲਸਾ ਪ੍ਰਗਟ ਕਰਕੇ 5 ਪਿਆਰੇ ਸਾਜ ਦਿੱਤੇ ਨੇ। 5 ਦਾ ਜ਼ਿਕਰ ਜਿਹੜਾ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਜ਼ਿਕਰ ਹੈ 5 ਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀ ਪ੍ਰਥਮ ਬਾਣੀ ਦੇ ਵਿੱਚ ਹੀ, ਪਹਿਲੀ ਬਾਣੀ ਦੇ ਵਿੱਚ ਹੀ ਇਹ ਬਖਸ਼ਿਸ਼ ਕਰ ਦਿੱਤੀ ਸੀ, 5 ਪ੍ਰਵਾਨ 5 ਪ੍ਰਧਾਨ, 5 ਪਾਵੇਂ ਦਰਗਾ ਮਾਨ, 5 ਸੋਹੇ ਦਰ ਰਾਜਾਨ, 5 ਕਾ ਗੁਰ ਏਕ ਧਿਆਨ। ਕਹਿਣ ਤੋਂ ਮਤਲਬ ਇਹ ਸੀ ਕਿ 5 ਜਿਹੜੇ ਨੇ ਉਹ ਰੱਬ ਨੂੰ ਵੀ ਬੜੇ ਪਿਆਰੇ ਨੇ। ਗੁਰੂ ਸਾਹਿਬ ਦੇ ਘਰ ਦੇ ਵਿੱਚ ਜਦੋਂ ਵੀ ਗੱਲ ਹੋਈ ਹੈ 5 ਤੋਂ ਹੀ ਸ਼ੁਰੂ ਹੋਈ ਹੈ। ਅੱਜ ਜਿਹੜਾ ਸਿੱਖੀ ਦਾ ਧੁਰਾ ਹੈ ਅੰਮ੍ਰਿਤਸਰ ਦਰਬਾਰ ਸਾਹਿਬ, ਇਹ 5 ਗੁਰੂਆਂ ਦੀ ਦੇਣ ਹੈ, ਪਹਿਲੇ 5 ਗੁਰੂਆਂ ਦੀ। ਇਸ ਥਾਂ ਦੇ ਉੱਤੇ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਗਿਆ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਪਹਿਲੇ 5 ਗੁਰੂਆਂ ਦੀ ਦੇਣ ਹੈ। ਜਿਹੜੇ ਗੁਰੂ ਕੇ ਪਿਆਰੇ ਸਤਿਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ
ਪਹਿਲਾ ਪ੍ਰਕਾਸ਼ ਕੀਤਾ, ਉਹਨਾਂ ਨੂੰ ਵੀ ਪੰਜ ਗੁਰੂ, ਪਹਿਲੇ ਪੰਜ ਗੁਰੂ ਸਾਹਿਬਾਨਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੋ ਚੁੱਕੀ ਹੈ। ਅੱਗੇ ਜਿਵੇਂ ਜਿਵੇਂ ਸਮਾਂ ਚੱਲਿਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹਾਦਤ ਵਾਸਤੇ ਗਏ, ਉੱਥੇ ਵੀ ਸਤਿਗੁਰਾਂ ਦੇ ਨਾਲ ਪੰਜ ਗਏ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਹਾਦਤ ਦੇਣ ਵਾਸਤੇ ਗਏ, ਉੱਥੇ ਵੀ ਸਤਿਗੁਰਾਂ ਦੇ ਨਾਲ ਪੰਜ ਸਿੰਘ ਗਏ। ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕੀਤੀ, ਜੇ ਪਿਆਰੇ ਚੁਣੇ ਤੇ ਉਹ ਵੀ ਪੰਜ ਚੁਣੇ, ਪੰਜਾਂ ਦੇ ਵਿੱਚੋਂ ਖਾਲਸਾ ਪ੍ਰਗਟ ਕੀਤਾ। ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਤਿਗੁਰਾਂ ਨੇ ਕਿਰਪਾ ਕਰਕੇ ਨੰਦੇੜ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ, ਉਹ ਵੀ ਪੰਜਾਂ ਪਿਆਰਿਆਂ ਦੀ ਗਵਾਹੀ ਹੇਠ ਭੇਜਿਆ ਸੀ। ਸਤਿਗੁਰਾਂ ਦੇ ਪੂਰੇ ਜੀਵਨ ਕਾਲ ਦੇ ਵਿੱਚ ਪੰਜ ਦੀ ਗੱਲ ਚੱਲਦੀ ਆ ਰਹੀ ਹੈ। ਅੱਜ ਜਦੋਂ ਪੰਜਾਂ ਨੂੰ ਅੰਮ੍ਰਿਤ ਛਕਾ ਕੇ, ਇੱਕੋ ਜਿਹੇ ਤਨ ਦੇ ਉੱਤੇ ਬਸਤਰ ਸਜਾ ਕੇ, ਇੱਕੋ ਜਿਹਾ ਰੂਪ ਦੇ ਕੇ, ਇੱਕੋ ਜਿਹੀ ਵਿਚਾਰ ਦੇ ਕੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਤੰਬੂ ਦੇ ਵਿੱਚੋਂ ਬਾਹਰ ਆਏ, ਅੱਗੇ ਹੁੰਦਾ ਸੀ ਕਿ ਅੱਗੇ ਗੁਰੂ ਤੇ ਪਿੱਛੇ ਗੁਰਸਿੱਖ ਤੇ ਸੰਗਤਾਂ ਨੇ। ਅੱਜ ਅੱਗੇ ਅੱਗੇ ਪੰਜ ਨੇ ਤੇ ਪਿੱਛੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਦੁਨੀਆ ਦੇ ਅੰਦਰ ਕੋਈ ਐਸਾ ਰਹਿਬਰ ਨਹੀਂ ਹੋਇਆ। ਦੁਨੀਆ ਦੇ ਅੰਦਰ ਇਸ ਤਰ੍ਹਾਂ ਦੇ ਰਹਿਬਰ ਤਾਂ ਬੜੇ ਹੋਏ ਹੋਣਗੇ ਕਿ ਜਿਨ੍ਹਾਂ ਨੇ ਜ਼ਬਰਦਸਤੀ ਵੀ ਦੁਨੀਆ ਦੇ ਕੋਲੋਂ ਆਪਣਾ ਜਾਪ ਕਰਾਇਆ ਹੋਵੇਗਾ, ਆਪਣੇ ਆਪ ਨੂੰ ਵੱਡਾ ਕਹਾਇਆ ਹੋਵੇਗਾ, ਪਰ ਦੁਨੀਆ ਦੇ ਅੰਦਰ ਐਸਾ ਰਹਿਬਰ ਨਹੀਂ ਕੋਈ ਆਇਆ ਜਿਹੜਾ ਆਪਣੇ ਹੀ ਚੇਲਿਆਂ ਨੂੰ, ਆਪਣੇ ਹੀ ਭਗਤਾਂ ਨੂੰ ਕਵੇ ਕਿ ਤੁਸੀਂ ਅੱਜ ਮੇਰੇ ਤੋਂ ਵੀ ਵੱਡੇ ਹੋ, ਅੱਜ ਤੁਸੀਂ ਮੇਰੇ ਤੇ ਰਹਿਮਤ ਕਰੋ। ਦੁਨੀਆ ਅੰਦਰ ਕੋਈ ਰਹਿਬਰ ਐਸਾ ਨਹੀਂ ਆਇਆ। ਅੱਜ ਪੰਜ ਅੱਗੇ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਪਿੱਛੇ ਨੇ। ਜਦੋਂ ਸੰਗਤ ਦੇ ਸਨਮੁਖ ਹੋਏ, ਹਰ ਇੱਕ ਦੀ ਮਨ ਜ਼ੁਬਾਨ ਦੇ ਉੱਤੇ ਜੈਕਾਰੇ ਨੇ। ਜਦੋਂ ਸੰਗਤ ਦੇ ਸਨਮੁਖ ਹੋਏ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਪੰਜਾਂ ਪਿਆਰਿਆਂ ਦੇ ਸਨਮੁਖ ਹੋ ਕੇ ਇੱਕ ਇੱਕ ਦਾ ਨਾਮ ਆਪਣੀ ਰਸਨਾ ਤੋਂ ਉਚਾਰਨ ਕਰਕੇ ਕਹਿਣ ਲੱਗੇ, ਭਾਈ ਦਇਆ ਰਾਮ ਤੋਂ ਭਾਈ ਦਇਆ ਸਿੰਘ ਜੀ ਬਣਨ ਵਾਲਿਓ, ਭਾਈ ਧਰਮਦਾਸ ਤੋਂ ਭਾਈ ਧਰਮ ਸਿੰਘ ਬਣਨ ਵਾਲਿਓ, ਭਾਈ ਹਿੰਮਤ ਚੰਦ ਤੋਂ ਭਾਈ ਹਿੰਮਤ ਸਿੰਘ ਬਣਨ ਵਾਲਿਓ, ਭਾਈ ਮੋਹਕਮ ਚੰਦ ਤੋਂ ਮੋਹਕਮ ਸਿੰਘ ਬਣਨ ਵਾਲਿਓ, ਭਾਈ ਸਾਹਿਬ ਚੰਦ ਤੋਂ ਭਾਈ ਸਾਹਿਬ ਸਿੰਘ ਬਣਨ ਵਾਲਿਓ, ਅੱਜ ਮੇਰੇ ਤੇ ਇੱਕ ਕਿਰਪਾ ਕਰੋ। ਕਿੱਦਾਂ ਦਾ ਗੁਰੂ ਹੋਵੇਗਾ? ਆਪਣੇ ਹੀ ਸਿੱਖ, ਆਪਣਾ ਹੀ ਸਾਜਿਆ ਹੋਇਆ ਖਾਲਸਾ ਏ, ਤੇ ਖਾਲਸੇ ਦੇ ਅੱਗੇ ਐਵੇਂ ਦੋਵੇਂ ਹੱਥ ਜੋੜ ਕੇ ਵੀਰ ਆਸਣ ਲਗਾ ਕੇ ਇਤਿਹਾਸ ਕਹਿੰਦਾ। ਬੇਨਤੀ ਕੀਤੀ, ਕਹਿਣ ਲੱਗੇ ਅੱਜ ਇੱਕ ਕਿਰਪਾ ਮੇਰੇ ਤੇ ਕਰੋ। ਤੁਸੀਂ ਤਾਂ ਰੱਬ ਦੀ ਸ਼ਰਨ ਦੇ ਵਿੱਚ ਸਿੰਘ ਬਣ ਕੇ ਪ੍ਰਵਾਨ ਹੋ ਗਏ, ਮੈਂ ਕਿਤੇ ਗੋਬਿੰਦ ਰਾਏ ਦਾ ਗੋਬਿੰਦ ਰਾਏ ਨਾ ਰਹਿ ਜਾਵਾਂ। ਇਹ ਕਿਰਪਾ ਮੇਰੇ ਤੇ ਕਰੋ, ਮੈਂ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਜਾਵਾਂ। ਮੇਰੇ ਤੇ ਕਿਰਪਾ ਕਰੋ, ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ, ਜਿਹੜੀ ਦਾਤ, ਜਿਹੜੀ ਅਵਸਥਾ ਕੇਵਲ ਅੱਜ ਤੁਹਾਡੇ ਪੰਜਾਂ ਦੇ ਕੋਲ ਹੈ। ਦੋਨੋਂ ਹੱਥ ਜੋੜ ਕੇ ਆਪਣੇ ਹੀ ਪ੍ਰਗਟ ਕੀਤੇ ਹੋਏ ਖਾਲਸੇ ਦੇ ਕੋਲੋਂ ਦਾਤ ਮੰਗੀ ਹੈ। ਕੱਲ ਵੀ ਇੱਕ ਬੇਨਤੀ ਕੀਤੀ ਸੀ, ਮੈਂ ਥੋੜਾ ਜਿਹਾ ਪਿੱਛੋਂ ਤਾਂ ਕੀਤਾ ਕਿਉਂਕਿ ਜਦੋਂ ਆਪਾਂ ਇੱਕ ਗੱਲ ਨੂੰ ਵਾਰ-ਵਾਰ ਸੁਣਾਂਗੇ ਨਾ, ਪਰਪੱਕ ਹੋ ਜਾਂਦੀ ਹੈ। ਜਿਹੜੀ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਬਹੁਤੇ ਇਹੀ ਗੱਲ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੰਜਾਂ ਪਿਆਰਿਆਂ ਨੇ ਕਿਹਾ, ਅਸੀਂ ਸੀਸ ਦਿੱਤੇ ਨੇ, ਤੁਸੀਂ ਕੀ ਦਿਓਗੇ? ਅਸੀਂ ਤਾਂ ਸਿੰਘ ਬਣੇ ਆ। ਤੇ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਸੀਸ ਦਿੱਤੇ ਨੇ, ਮੈਂ ਸਾਰਾ ਪਰਿਵਾਰ ਕੁਰਬਾਨ ਕਰ ਦਿਆਂ।
ਇਹ ਤੇ ਗੁੱਝੇ ਭੇਦ ਸਨ। ਸਤਿਗੁਰਾਂ ਨੇ ਨਹੀਂ ਕਿਸੇ ਨੂੰ ਦੱਸਿਆ ਵੀ ਮੈਂ ਬੱਚਿਆਂ ਦੇ ਨਾਮ ਹੀ ਇਸ ਤਰ੍ਹਾਂ ਦੇ ਰੱਖੇ ਨੇ, ਮੈਂ ਏਦਾਂ ਕਰ ਦਿਆਂਗਾ, ਆਉਣ ਵਾਲੇ ਸਮੇਂ ਵਿੱਚ ਮੈਂ ਸਾਰੀ ਵਾਰ ਦਿਨ। ਰਮਜਾਂ ਤਾਂ ਗੁੱਝੀਆਂ ਸਨ ਮਾਂ ਗੁਜਰੀ ਦੇ ਨਾਲ, ਪਰ ਦੱਸਿਆ ਕਿਸੇ ਨੂੰ ਨਹੀਂ ਸੀ ਵੀ ਆਉਣ ਵਾਲੇ ਸਮੇਂ ਵਿੱਚ ਹੋਣਾ ਕੀ ਹੈ। ਉਹਦੀ ਅੱਜ ਤਿਆਰੀ ਕੀਤੀ ਜਾ ਰਹੀ ਹੈ ਸਾਰੀ। ਕੁਰਲਾ ਕੇ ਕਿਹਾ ਸੀ ਪੰਜ ਪਿਆਰੇ ਸਾਹਿਬਾਨਾਂ ਨੇ, ਕਹਿਣ ਲੱਗੇ ਪਾਤਸ਼ਾਹ ਖਾਲਸਾ ਤੇਰਾ ਪ੍ਰਗਟ ਕੀਤਾ ਹੋਇਆ, ਤੁਸੀਂ ਸਾਨੂੰ ਹੁਕਮ ਕਰੋ। ਗੁਰੂ ਚਰਨਾਂ ਨਾਲ ਪ੍ਰੀਤ ਇੰਨੀ ਹੈ ਪਾਤਸ਼ਾਹ, ਅੱਜ ਹੱਥ ਜੋੜ ਕੇ ਨਹੀਂ, ਅੱਜ ਰਹਿਮਤ ਕਰਕੇ ਹੁਕਮ ਕਰੋ ਸਾਨੂੰ ਅੰਮ੍ਰਿਤ ਦੀ ਦਾਤ ਦਾ। ਇਹ ਤੁਹਾਡਾ ਖਾਲਸਾ ਪ੍ਰਗਟ ਕੀਤਾ ਹੋਇਆ ਹੈ। ਸਤਿਗੁਰਾਂ ਨੇ ਕਿਹਾ ਨਹੀਂ, ਇਹ ਖਾਲਸਾ ਮੇਰਾ ਪ੍ਰਗਟ ਨਹੀਂ ਕੀਤਾ ਹੋਇਆ, ਇਹ ਖਾਲਸਾ ਤਾਂ ਉਸ ਅਕਾਲ ਪੁਰਖ ਦੀ ਮੌਜ ਦੇ ਵਿੱਚੋਂ ਉਹਦੇ ਹੁਕਮ ਦੇ ਦੁਆਰਾ ਪ੍ਰਗਟ ਹੋਇਆ, ਉਹਦੇ ਹੁਕਮ ਦੇ ਦੁਆਰਾ ਪ੍ਰਗਟ ਹੋਇਆ। ਅੱਜ ਸੰਗਤ ਦੇ ਸਾਹਮਣੇ ਇਹ ਸਾਰੀ ਰਹਿਮਤ ਹੋਈ। ਹੁਣ ਜਿਹੜੇ ਡਰ ਡਰ ਕੇ ਭੱਜ ਗਏ ਸੀ ਉਹ ਵੀ ਹੌਲੀ ਹੌਲੀ ਵਾਪਸ ਆ ਰਹੇ। ਕੱਲ ਜਿਹੜੀ ਇੱਕ ਬੇਨਤੀ ਕੀਤੀ ਸੀ ਵੀ ਜਦੋਂ ਸਤਿਗੁਰਾਂ ਨੇ ਆਖਿਆ ਨਾ ਮੈਨੂੰ ਇੱਕ ਸੀਸ ਚਾਹੀਦਾ, ਫਿਰ ਦੂਜਾ ਵੀ ਮੰਗਿਆ, ਤੀਜਾ ਵੀ ਮੰਗਿਆ, ਬਹੁਤੇ ਪਿੱਛੋਂ ਪਿੱਛੋਂ ਖਿਸਕਣ ਲੱਗ ਪਏ ਸਨ ਵੀ ਅੱਜ ਕੰਮ ਖਰਾਬ ਹੀ ਹੈ। ਅੱਜ ਤਾਂ ਗੁਰੂ ਸਾਹਿਬ ਜਿਹੜੇ ਜੀਵਨ ਦੇਣ ਵਾਲੇ ਨੇ, ਅੱਜ ਉਹ ਹੀ ਆਪ ਧੜ ਸੀਸ ਤੇ ਧੜ ਲੱਗ ਕਰਨ ਲੱਗ ਪਏ ਨੇ। ਹੁਣ ਜਦੋਂ ਗੁਰੂ ਸਾਹਿਬ ਜੀ ਨੇ ਇਹ ਬਖਸ਼ਿਸ਼ ਕੀਤੀ, ਪੰਜ ਪਿਆਰੇ ਸਹਿਬਾਨਾਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਨੇ ਪੰਜਾਂ ਪਿਆਰਿਆਂ ਕੋਲੋਂ, ਆਪਣੇ ਹੀ ਸਾਜੇ ਹੋਏ ਪਿਆਰਿਆਂ ਦੇ ਕੋਲੋਂ ਅੰਮ੍ਰਿਤ ਛਕ ਕੇ ਅੱਜ 30 ਮਾਰਚ 1699 ਅੱਜ ਸਤਿਗੁਰਾਂ ਦੇ ਨਾਮ ਦੇ ਪਿੱਛੇ ਸਿੰਘ ਲੱਗਿਆ। ਪਹਿਲਾ ਇੱਥੇ ਤੱਕ ਜਿਹੜਾ ਪਿਛਲਾ ਨਾਮ ਹੈ ਉਹ ਗੋਬਿੰਦ ਰਾਏ ਹੈ। ਆਰੰਭਤਾ ਦੇ ਵਿੱਚ ਬੇਨਤੀ ਕੀਤੀ ਸੀ ਵੀ ਨਾਮ ਗੋਬਿੰਦ ਰਾਏ ਹੈ, ਪਰ ਆਪਾਂ ਸਤਿਗੁਰਾਂ ਦਾ ਨਾਮ ਜਿੱਥੇ ਵੀ ਉਚਾਰਨ ਕਰਨਾ ਪਿਆ ਉੱਥੇ ਗੋਬਿੰਦ ਸਿੰਘ ਹੀ ਕਰਾਂਗੇ। ਤੇ ਅੱਜ ਦਾ ਦਿਨ ਸੀ, ਫਿਰ ਯਾਦ ਰੱਖਿਓ 30 ਮਾਰਚ ਦਾ ਦਿਨ ਹੈ, ਉਦੋਂ ਜਿੱਦਣ ਵਿਸਾਖੀ ਹੈ। 30 ਮਾਰਚ 1699 ਭੱਟਵਈਆਂ ਦੇ ਮੁਤਾਬਕ ਮੰਗਲਵਾਰ ਦਾ ਦਿਨ ਹੈ, ਜਿਸ ਦਿਨ ਸਤਿਗੁਰਾਂ ਨੇ ਆਪ ਅੰਮ੍ਰਿਤ ਪਾਨ ਕਰਕੇ ਤੇ ਆਪਣੇ ਨਾਮ ਦੇ ਪਿੱਛੇ ਰਾਏ ਹਟਾ ਕੇ ਸਿੰਘ ਲਗਾ ਲਿਆ ਸੀ। ਇੱਕ ਹੋਰ ਜ਼ਰੂਰੀ ਬੇਨਤੀ ਕਰਾਂ, ਅੱਜ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਨਾ ਛਕਿਆ ਤੇ ਜਦੋਂ ਅੰਮ੍ਰਿਤ ਛਕਣ ਤੋਂ ਡਰ ਹੁੰਦਾ ਹੈ ਤੇ ਸਾਡੇ ਕੋਲ ਇੱਕੋ ਹੀ ਜਵਾਬ ਹੈ ਵੀ ਇੱਕ ਅੰਮ੍ਰਿਤ ਨਹੀਂ ਛਕਿਆ, ਬਾਕੀ ਤਾਂ ਅਸੀਂ ਸਾਰਾ ਕੁਝ ਸਾਰੇ ਪਾਸਿਓਂ ਠੀਕ ਆ। ਤੁਸੀਂ ਵਿਚਾਰ ਕੇ ਦੇਖਿਓ, ਭਾਈ ਦਇਆ ਸਿੰਘ ਜੀ ਵਰਗੇ ਯੋਧੇ, ਭਾਈ ਧਰਮ ਸਿੰਘ ਜੀ ਵਰਗੇ ਯੋਧੇ, ਜਿਨ੍ਹਾਂ ਨੇ ਏਦਾਂ ਸੰਗਤ ਦੇ ਵਿੱਚੋਂ ਉੱਠ ਕੇ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆ ਕੇ ਅਸੀਂ ਪਾਤਸ਼ਾਹ ਆਹ ਸੀਸ ਤਾਂ ਪਹਿਲਾਂ ਹੀ ਤੇਰਾ ਹੈ, ਇਹਨੂੰ ਭਾਵੇਂ ਵੱਢ ਦੇ, ਕੱਟ ਦੇ, ਸਾੜ ਦੇ, ਜੋ ਮਰਜ਼ੀ ਕਰ ਦੇ, ਇਹ ਤਾਂ ਪਹਿਲਾਂ ਹੀ ਤੈਨੂੰ ਦੇ ਚੁੱਕੇ ਹੈ ਹੀ ਤੇਰਾ। ਉਹਨਾਂ ਨੂੰ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਪਈ, ਜਿਹੜੇ ਆਪਣਾ ਸਾਰਾ ਕੁਝ ਗੁਰੂ ਚਰਨਾਂ ਵਿੱਚ ਵਾਰ ਚੁੱਕੇ ਸੀ। ਉਹਨਾਂ ਨੂੰ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਪਈ। ਇਹ ਸਿੱਖਾਂ ਦੀ ਗੱਲ ਸੀ। ਹੁਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਤੇ ਕੋਈ ਕਮੀ ਨਹੀਂ ਨਾ। ਰਖਾਲੂ ਬਣ ਕੇ ਅਸੀਂ ਸਿੱਖਾਂ ਦੇ ਜੀਵਨ ਬਾਰੇ ਵੀ ਜੋ ਮਰਜ਼ੀ ਕਹਿ ਦਈਏ, ਪਰ ਗੁਰੂ ਬਾਰੇ ਤੇ ਕੋਈ ਕੁਝ ਨਹੀਂ ਨਾ ਬੋਲ ਸਕਦਾ। ਉਹ ਕਿਹੜੀ ਤਾਕਤ ਹੈ ਐਸੀ ਜਿਹੜੀ ਅੰਮ੍ਰਿਤ ਦੇ ਵਿੱਚ ਹੈ, ਕਿਹੜੀ ਸ਼ਕਤੀ ਹੈ ਐਸੀ ਜਿਹੜੀ ਅੰਮ੍ਰਿਤ ਦੇ ਵਿੱਚ ਹੈ, ਜਿਹਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਹੱਥ ਜੋੜ ਕੇ ਬੇਨਤੀ ਕਰਕੇ ਦਾਤ ਮੰਗ ਰਹੇ ਨੇ। ਉਲਟਾ ਕੰਮ ਹੋ ਗਿਆ ਨਾ। ਅੱਜ ਅੰਮ੍ਰਿਤ ਛਕਾਉਣ ਵਾਲੇ ਨੂੰ ਹੱਥ ਜੋੜ ਕੇ ਬੇਨਤੀਆਂ ਕਰਨੀਆਂ ਪੈਂਦੀਆਂ, ਭਾਈ ਅੰਮ੍ਰਿਤ ਛਕ ਲਓ। ਅੰਮ੍ਰਿਤ ਦੀ ਦਾਤ ਅੱਜ ਤੇ ਅਸੀਂ ਮਾਫ ਕਰਿਓ ਕਹਿਣਾ ਪੈਣਾ, ਰੋਲ ਦਿੱਤਾ ਸਾਰਾ ਕੁਝ। ਅੰਮ੍ਰਿਤ ਤਾਂ ਐਸੀ ਅਮੋਲਕ ਵਸਥਾ ਹੈ, ਐਸੀ ਅਮੋਲਕ ਚੀਜ਼ ਹੈ ਜਿਹੜੀ ਸਿਰ ਦੇ ਕੇ ਲੈਣੀ ਪੈਂਦੀ ਸੀ, ਅੱਜ ਜ਼ਬਰਦਸਤੀ ਦੇਣੀ ਪੈਂਦੀ ਹੈ ਜੀ। ਅਸੀਂ ਤੁਹਾਨੂੰ ਕਕਾਰ ਵੀ ਫ੍ਰੀ ਦੇ ਦਿਆਂਗੇ ਜੀ।
ਤੁਹਾਨੂੰ ਗੁਟਕੇ ਸਾਹਿਬ ਵੀ ਫ੍ਰੀ ਦੇ ਦਿਆਂਗੇ ਨਿਤਨੇਮ ਕਰਨ ਵਾਸਤੇ, ਤੁਸੀਂ ਅੰਮ੍ਰਿਤ ਛਕ ਲਓ। ਅਸੀਂ ਸੋਚਦੇ ਹਾਂ ਵੀ ਇਹਦੇ ਵਿੱਚ ਸਾਡੀ ਬੜੀ ਵੱਡੋ ਹੈ, ਅਸੀਂ ਕਕਾਰ ਵੀ ਫ੍ਰੀ ਦੇ ਰਹੇ ਹਾਂ। ਮੈਂ ਤੇ ਕਹਿੰਦਾ ਕਿਸੇ ਨੂੰ ਨਾ ਕਹੋ ਅੰਮ੍ਰਿਤ ਛਕਣ ਵਾਸਤੇ। ਗੁਰੂ ਸਾਹਿਬ ਦੀ ਵਿਚਾਰ ਦੱਸੋ, ਗੁਰੂ ਸਾਹਿਬ ਜੀ ਦੀ ਗੱਲ ਦੱਸੋ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤੱਕ ਕਿਸੇ ਨੂੰ ਨਹੀਂ ਆਵਾਜ਼ ਮਾਰ ਕੇ ਆਖਿਆ ਵੀ ਆ ਜਾ ਭਲਿਆ, ਤੂੰ ਵੀ ਆ ਜਾ, ਤੂੰ ਪਰਾਂ ਰਹਿ ਗਿਆ, ਤੂੰ ਵੀ ਮੇਰੇ ਕੋਲ ਆ ਜਾ। ਸਤਿਗੁਰੂ ਜੀ ਕਹਿੰਦੇ ਨਾ, ਬਚਨ ਕਰ ਦਿੱਤੇ ਸਨ ਗੁਰੂ ਨਾਨਕ ਸਾਹਿਬ ਜਿਹੜੇ ਕੀਤੇ ਸਨ। ਜੋ ਤੋ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਵੇ ਤੁ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਰ ਨਾ ਕੀਜੈ। ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਚਨ ਯਾਦ ਕਰਾ ਦਿੱਤੇ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਗਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਇੱਕ ਬੇਨਤੀ ਕਰਾਂ ਹੋਰ, ਜਦੋਂ ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਨਾ, ਪਹਾੜੀ ਰਾਜੇ ਬੜੀ ਵੱਡੀ ਗਿਣਤੀ ਦੇ ਵਿੱਚ ਆਪਣੇ ਨਾਲ ਦੀਆਂ ਪ੍ਰਜਾ ਦੇ ਬੰਦੇ ਹੋਣਗੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਰਨ ਵਿੱਚ ਲੈ ਕੇ ਆਏ ਸਨ ਪਹਾੜੀ ਰਾਜੇ। ਉਹਨਾਂ ਨੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਕੀਤੀ ਸੀ। ਕਹਿੰਦੇ ਪਾਤਸ਼ਾਹ, ਅਸੀਂ ਵੀ ਆਪ ਜੀ ਦੇ ਚਰਨਾਂ ਵਿੱਚੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਆਏ ਹਾਂ। ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੀ ਬਹੁਤ ਚੰਗੀ ਗੱਲ ਹੈ, ਆਓ ਕੋਈ ਵੀ ਅੰਮ੍ਰਿਤ ਛਕ ਸਕਦਾ। ਅਸੀਂ ਤਾਂ ਖੁੱਲਾ ਸੱਦਾ ਦਿੱਤਾ, ਜਿਹੜਾ ਮਰਜੀ ਛਕ ਸਕਦਾ, ਪਰ ਬਚਨ ਆ ਨਹੀਂ। ਪਰ ਉਹ ਕੀ ਕਹਿਣ ਲੱਗੇ, ਕਹਿੰਦੇ ਸਾਡੀਆਂ ਕੁਝ ਸ਼ਰਤਾਂ ਨੇ, ਸਾਡੀਆਂ ਕੁਝ ਸ਼ਰਤਾਂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਿਹੜਾ ਬਚਨ ਸੀ ਨਾ ਸਤਿਗੁਰਾਂ ਦਾ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਇੱਥੇ ਤੇ ਮੁਰਦਿਆਂ ਦੀ ਗੱਲ ਹੈ, ਇੱਥੇ ਤੇ ਮੁਰਦੇ ਆਉਂਦੇ ਨੇ। ਮੁਰਦੇ ਦੀ ਕੋਈ ਮੰਗ ਨਹੀਂ ਹੁੰਦੀ। ਆ ਸਰੀਰ ਜਦੋਂ ਮੁਰਦਾ ਹੋ ਜਾਏ, ਇਹਦੀ ਕੋਈ ਮੰਗ ਨਹੀਂ। ਇਹਨੂੰ ਮਿੱਟੀ 'ਚ ਸੁੱਟ ਦਿਓ, ਇਹਨੂੰ ਅੱਗ ਵਿੱਚ ਸਾੜ ਦਿਓ, ਜੋ ਮਰਜ਼ੀ ਕਰ ਦਿਓ, ਇਹਦੀ ਕੋਈ ਮੰਗ ਨਹੀਂ। ਸਤਿਗੁਰੂ ਜੀ ਕਹਿੰਦੇ ਇੱਥੇ ਤਾਂ ਗੁਰੂ ਚਰਨਾਂ ਵਿੱਚ ਤੇ ਮੁਰਦਾ ਬਣ ਕੇ ਜਿਹੜਾ ਆਏਗਾ ਨਾ, ਉਹ ਗੁਰੂ ਨੂੰ ਪ੍ਰਵਾਨ ਹੈ। ਚਲੋ ਤੁਸੀਂ ਆਏ ਹੋ, ਤੁਸੀਂ ਦੱਸੋ ਤੁਹਾਡੀਆਂ ਸ਼ਰਤਾਂ ਕੀ ਨੇ। ਸਭ ਤੋਂ ਪਹਿਲਾਂ ਇਹਨਾਂ ਨੇ ਕਿਹਾ ਕਿ ਪਹਿਲੀ ਗੱਲ ਤਾਂ ਆ ਏ ਕਿ ਜਿਹੜੇ ਬਾਟੇ ਦੇ ਵਿੱਚ ਅੰਮ੍ਰਿਤ ਛਕਾਇਆ ਜਾਣਾ, ਤਿਆਰ ਹੋਣਾ, ਜਿਹੜੇ ਖੰਡੇ ਨਾਲ ਤਿਆਰ ਹੋਣਾ, ਉਹ ਬਾਟਾ ਤੇ ਉਹ ਖੰਡਾ ਅਸੀਂ ਸੋਨੇ ਦਾ ਬਣਾ ਕੇ ਤੁਹਾਡੇ ਚਰਨਾਂ ਵਿੱਚ ਭੇਟ ਕਰਾਂਗੇ। ਸੋਨੇ ਦਾ ਬਣਾ ਕੇ ਭੇਟ ਕਰਾਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਭਲਿਓ ਤੁਸੀਂ ਤਾਂ ਅੰਮ੍ਰਿਤ ਖਰੀਦਣਾ ਚਾਹੁੰਦੇ ਹੋ, ਖਰੀਦਿਆ ਨਹੀਂ ਜਾਂਦਾ ਅੰਮ੍ਰਿਤ। ਇਹ ਤਾਂ ਸਿੱਖੀ ਭਾਈ ਲਾਲੋ ਦੇ ਘਰ ਤੋਂ ਆਰੰਭ ਹੁੰਦੀ ਹੈ, ਇਹ ਖਰੀਦੀ ਨਹੀਂ ਜਾਂਦੀ। ਅੰਮ੍ਰਿਤ ਖਰੀਦਿਆ ਨਹੀਂ ਜਾਂਦਾ। ਭਾਵੇਂ ਲੱਖ ਵਾਰੀ ਅੱਜ ਆਪਾਂ ਭੁੱਲ ਗਏ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਤੁਸੀਂ ਤਾਂ ਜਿਹਦੇ ਮਰਜ਼ੀ ਘਰ ਦੇ ਵਿੱਚ ਜਾ ਕੇ ਪ੍ਰਸ਼ਾਦਾ ਛਕ ਲੈਂਦੇ ਸੀ, ਪਰ ਅੱਜ ਤੇਰਾ ਸਿੱਖ ਦੇ ਘਰੋਂ ਨਹੀਂ ਛਕ ਰਿਹਾ। ਫਰਕ ਪੈ ਗਿਆ ਨਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਤੁਸੀਂ ਤਾਂ ਗਰੀਬ ਅਵਸਥਾ ਵਾਲੇ ਭਾਈ ਲਾਲੋ ਦੇ ਘਰ ਦੇ ਵਿੱਚ ਜਾ ਕੇ ਕੋਦਰੇ ਦੇ ਪ੍ਰਸ਼ਾਦੇ ਛਕ ਲਏ, ਪਰ ਅੱਜ ਮੈਨੂੰ ਨਹੀਂ ਚੰਗੇ ਲੱਗਦੇ। ਕਿਉਂਕਿ ਫਿਰ ਪੜਨ ਵਾਲੇ ਵੀ ਬਾਣੀ ਆ, ਮਾਫ ਕਰਿਓ ਮੈਨੂੰ, ਸੱਚ ਕਹਿਣਾ ਚਾਹੀਦਾ ਸੱਚ। ਆ ਪਿਛਲੇ ਦਿਨੀ ਇੱਕ ਵਿਚਾਰ ਹੋਈ ਸੀ ਗੁਰਦੁਆਰਾ ਸਾਹਿਬ ਜੀ ਦੇ ਸੈਕਟਰੀ ਸਾਹਿਬ, ਉਹਨਾਂ ਨੇ ਮੈਨੂੰ ਠੱਠ ਕੇ ਕਿਹਾ ਸੀ ਵੀ ਜੋ ਗੁਰੂ ਸਾਹਿਬ ਜੀ ਦੀ ਵਿਚਾਰ ਸੱਚ, ਜੋ ਗੁਰੂ ਕਹਿੰਦਾ ਉਹ ਕਹੋ। ਠੀਕ ਹੈ, ਮੇਰੇ ਜੀਵਨ ਵਿੱਚ ਵੀ ਗਲਤੀਆਂ ਬੜੀਆਂ, ਪੂਰਾ ਕੋਈ ਮਨੁੱਖ ਨਹੀਂ ਹੋ ਸਕਦਾ, ਪਰ ਜਿੰਨੀ ਦੇਰ ਤੱਕ ਜਾਣਦੇ ਆ ਨਾ, ਉਹਨਾਂ ਸਾਨੂੰ ਕਹਿਣਾ ਚਾਹੀਦਾ, ਸਾਰਿਆਂ ਨੂੰ ਕਹਿਣਾ ਚਾਹੀਦਾ, ਮੈਨੂੰ ਇਕੱਲੇ ਨੂੰ ਨਹੀਂ, ਸਭ ਨੂੰ ਸੱਚ ਜਿਹੜਾ ਬਾਣੀ ਜੋ ਗੁਰੂ ਸਾਹਿਬ ਜੀ ਦੀ ਬਾਣੀ ਹੈ, ਸਾਨੂੰ ਸਭ ਨੂੰ ਕਹਿਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਭਲਿਓ ਅੰਮ੍ਰਿਤ ਖਰੀਦਣ ਵਾਸਤੇ ਆਇਓ, ਖਰੀਦਿਆ ਨਹੀਂ ਜਾਣਾ। ਦੂਜੀ ਸ਼ਰਤ ਇਹਨਾਂ ਨੇ ਰੱਖੀ, ਕਹਿਣ ਲੱਗੇ
ਆ ਤੁਸੀਂ ਝੀਰਾਂ ਨੂੰ, ਸ਼ੀਬਿਆਂ ਨੂੰ, ਪਤਾ ਨਹੀਂ ਕਿੰਨਾ ਕਿੰਨਾ ਨੂੰ ਇਕੱਠਿਆਂ ਕਰਕੇ ਅੰਮ੍ਰਿਤ ਛਕਾ ਰਹੇ ਹੋ। ਇਹਨਾਂ ਨੂੰ ਸਭ ਨੂੰ ਕੱਢ ਦਿਓ, ਅਸੀਂ ਉੱਚੀਆਂ ਜਾਤਾਂ ਵਾਲੇ ਅੰਮ੍ਰਿਤ ਛਕਦੇ ਹਾਂ। ਇਹਨਾਂ ਸਭ ਨੂੰ ਕੱਢ ਦਿਓ, ਅਸੀਂ ਉੱਚੀਆਂ ਜਾਤਾਂ ਵਾਲੇ ਅੰਮ੍ਰਿਤ ਛਕਦੇ ਹਾਂ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ, ਮੈਨੂੰ ਤੁਹਾਡੇ ਵਰਗੇ ਸਿੰਘਾਂ ਦੀ ਜ਼ਰੂਰਤ ਹੀ ਨਹੀਂ। ਤੁਸੀਂ ਅੰਮ੍ਰਿਤ ਪਾਨ ਕਰਨਾ ਚਾਹੁੰਦੇ ਹੋ ਆਪਣੀ ਮਰਜ਼ੀ ਦੇ ਨਾਲ, ਮੈਨੂੰ ਤੁਹਾਡੇ ਵਰਗੇ ਸਿੰਘਾਂ ਦੀ ਜ਼ਰੂਰਤ ਨਹੀਂ। ਇੱਥੇ ਤਾਂ ਜਿਹੜਾ ਗੁਰੂ ਚਰਨਾਂ ਵਿੱਚ ਕਬੂਲ ਹੋਇਆ ਨਾ, ਉਹ ਭਾਵੇਂ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ ਹੈ, ਜਿਹਨੇ ਗੁਰੂ ਦਾ ਬਚਨ ਮੰਨ ਲਿਆ, ਜਿਹੜਾ ਗੁਰੂ ਨੂੰ ਪ੍ਰਵਾਨ ਹੈ, ਗੁਰੂ ਦੇ ਸਿੱਖਾਂ ਨੂੰ ਕਿਉਂ ਨਹੀਂ ਪ੍ਰਵਾਨ ਹੋ ਸਕਦਾ। ਇੱਥੇ ਮੈਨੂੰ ਤੁਹਾਡੇ ਵਰਗਿਆਂ ਦੀ ਜ਼ਰੂਰਤ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕੀਤੀ, ਉਹਨਾਂ ਨੂੰ ਕਿਹਾ ਵੀ ਤੁਹਾਡੇ ਵਾਸਤੇ ਅੰਮ੍ਰਿਤ ਨਹੀਂ ਤਿਆਰ ਹੋ ਸਕਦਾ, ਨਾ ਤਾਂ ਇੱਥੇ ਸੋਨੇ ਦੇ ਖੰਡੇ ਬਾਟੇ ਤਿਆਰ ਹੋ ਸਕਦੇ ਨੇ, ਨਾ ਉਹਨਾਂ ਵਿੱਚ ਅੰਮ੍ਰਿਤ ਤਿਆਰ ਹੋ ਸਕਦਾ ਹੈ। ਤੁਸੀਂ ਅੱਜ ਵੀ ਵੇਖੋ, ਸਰਬਲੋਹ ਦੇ ਬਾਟੇ ਦੇ ਵਿੱਚ ਉਸ ਵੇਲੇ ਦੇ ਪ੍ਰਚਲਿਤ ਬਰਤਨ ਸਨ ਜਿਹੜੇ ਉਹ ਸਨ, ਕਿਉਂਕਿ ਉਦੋਂ ਘਰਾਂ ਦੇ ਵਿੱਚ ਵੀ ਸਾਰਾ ਕੁਝ ਆ ਪਿੱਤਲ, ਕੈਂ ਦੇ ਬਰਤਨ ਤੇ ਲੋਹੇ ਦੇ ਬਰਤਨ ਇਹ ਚੱਲਦੇ ਸਨ ਘਰ ਦੇ ਵਿੱਚ ਵੀ। ਇਹ ਵੀ ਕੋਈ ਮਨਾਹੀ ਨਹੀਂ ਸੀ ਗੁਰੂ ਸਾਹਿਬ ਜੀ ਦੀ ਵੀ ਜਿਹੜਾ ਪ੍ਰਸ਼ਾਦਾ ਛਕੇਗਾ ਤੇ ਉਹ ਲੋਹੇ ਦੇ ਬਰਤਨ ਦੀ ਛਕੇਗਾ। ਸਮੇਂ ਨਾਲ ਹਰ ਇੱਕ ਚੀਜ਼ ਬਦਲਦੀ ਹੈ। ਤੁਸੀਂ ਦੁਨੀਆ ਅੰਦਰ ਝਾਤ ਮਾਰ ਕੇ ਦੇਖਿਓ, ਮਨੁੱਖ ਆਪ ਬਦਲਦਾ ਹੈ ਸਮੇਂ ਦੇ ਮੁਤਾਬਕ, ਮਨੁੱਖ ਦੀ ਭਾਸ਼ਾ ਬਦਲਦੀ ਹੈ ਸਮੇਂ ਦੇ ਮੁਤਾਬਕ। ਪਰ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਨਾਨਕ ਸਾਹਿਬ ਦੇ ਘਰ ਦੀ ਗੱਲ ਆਉਂਦੀ ਹੈ ਨਾ, ਅਸੀਂ ਕਹਿੰਦੇ ਹਾਂ ਨਾ, ਉਹੀ ਜਿਹੜਾ 550 ਸਾਲ ਪਹਿਲੀ ਗੱਲ ਸੀ ਨਾ, ਜਿਹੜਾ ਉਹ ਘਰ ਸੀ ਉਸੇ ਤਰ੍ਹਾਂ ਦਾ ਬਣਾਓ, ਫਿਰ ਗੁਰਦੁਆਰਾ ਸਾਹਿਬ ਵੀ ਉਸੇ ਤਰ੍ਹਾਂ ਦੇ ਰਹਿਣ ਦਿਓ, ਫਿਰ ਸਿੱਖੀ ਉਸੇ ਤਰ੍ਹਾਂ ਦੀ ਰਹਿਣ ਦਿਓ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਦਾ ਪਿੱਛੇ ਵਿਚਾਰ ਚੁੱਕੇ ਆ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਉਹਨਾਂ ਨੇ ਤੇ ਜਿਹੜੇ ਆਮ ਦੁਨੀਆ ਸਾਰੇ ਲੋਕ ਕੱਪੜੇ ਪਾਉਂਦੇ ਸੀ, ਉਹ ਅਖੀਰ ਸਮੇਂ ਆਪਣੇ ਤਨ ਦੇ ਉੱਤੇ ਵਸਤਰ ਪਾ ਲਏ ਵੀ ਦੁਨੀਆ ਦੇ ਮਨ ਦੇ ਵਿੱਚ ਕੋਈ ਵਹਿਮ ਨਾ ਰਹਿ ਜਾਏ ਕਿ ਸਾਡੇ ਵਾਸਤੇ ਧਰਮੀ ਵਸਤਰ ਆ ਨਹੀਂ। ਨਾ, ਧਰਮ ਸਰੀਰ ਨੇ ਨਹੀਂ ਕਮਾਉਣਾ, ਨਾ ਸਰੀਰ ਨੇ ਧਰਮੀ ਬਣਨਾ ਹੈ। ਮਨ ਨੇ ਧਰਮ ਕਮਾਉਣਾ ਹੈ, ਮਨ ਨੇ ਧਰਮੀ ਬਣਨਾ ਹੈ। ਇਹ ਤੇ ਅੱਜ ਆਪਾਂ ਹੋਰ ਹੀ ਪਾਸੇ ਲੈ ਕੇ ਤੁਰ ਪਏ ਸਾਰਾ ਕੁਝ ਸਿੱਖੀ ਵਾਲਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਅੰਮ੍ਰਿਤ ਪਾਨ ਕੀਤਾ ਪੰਜ ਪਿਆਰੇ ਸਹਿਬਾਨਾਂ ਦੇ ਕੋਲੋਂ। ਅੱਜ ਪੰਥ ਖਾਲਸਾ ਜਿਹੜਾ ਸਤਿਗੁਰਾਂ ਦਾ ਪ੍ਰਗਟ ਕੀਤਾ ਹੋਇਆ ਹੈ, ਅੱਜ ਖਾਲਸੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿੱਚ ਕੁਝ ਬਚਨ ਹੋਏ ਨੇ, ਆਪਸ ਦੇ ਵਿੱਚ ਸਲਾਹ ਮਸ਼ਵਰੇ ਹੋਏ ਨੇ। ਇੱਕ ਇਤਿਹਾਸਕਾਰ ਲਿਖਦਾ, ਉਹ ਕਹਿੰਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਰਹਿਮਤ ਕੀਤੀ, ਬਚਨ ਕੀਤੇ ਆਪਣੇ ਮੁਖਾਰਬੇ ਤੋਂ। ਆਪਣਾ ਆਪਣਾ ਤਰੀਕਾ ਇਹ ਕਿ ਉਸ ਵੇਲੇ ਗੁਰੂ ਸਾਹਿਬ ਜੀ ਕਿਹੜੀ ਅਵਸਥਾ ਦੇ ਵਿੱਚ ਹੋਣਗੇ। ਕੀਏ ਜਦ ਬਚਨ ਸਤਿਗੁਰੂ ਕਰਨ ਕਾਰਨ ਸਰਬ ਸੰਗਤ, ਆਦਿ ਅੰਤ ਮੇਰਾ ਖਾਲਸਾ। ਇਹ ਜਿਹੜਾ ਖਾਲਸਾ ਅੱਜ ਪ੍ਰਗਟ ਕਰ ਦਿੱਤਾ ਹੈ ਨਾ, ਇਹ ਸਾਰਾ ਕੁਝ ਕਰਨ ਕਾਰਨ ਦੇ ਸਮਰੱਥ ਹੈ। ਇਹ ਜਿਹੜਾ ਅੱਜ ਪ੍ਰਗਟ ਕਰ ਦਿੱਤਾ ਹੈ ਨਾ, ਇਹ ਸਦੀਵੀ ਕਾਲ ਵਾਸਤੇ ਪ੍ਰਗਟ ਕਰ ਦਿੱਤਾ ਹੈ। ਇਹ ਕੋਈ 20 ਸਾਲ 100 ਸਾਲ 200 ਸਾਲ ਵਾਸਤੇ ਨਹੀਂ, ਸਦੀਵੀ ਕਾਲ ਵਾਸਤੇ। ਜਿੰਨੀ ਦੇਰ ਤੱਕ ਧਰਤੀ ਆਕਾਸ਼ ਰਹੇਗੀ ਉਦੋਂ ਤੱਕ ਦਾ ਇਹ ਬਖਸ਼ਿਸ਼ ਕਰ ਦਿੱਤਾ ਹੈ ਖਾਲਸਾ। ਸ਼ਬਦ ਐਸਾ ਦੇ ਦਿੱਤਾ, ਕੀਏ ਜਦ ਬਚਨ ਸਤਿਗੁਰ ਕਰਨ ਕਾਰਨ ਸਰਬ ਸੰਗਤ, ਆਦ ਅੰਤ ਮੇਰਾ ਖਾਲਸਾ। ਮਾਨੇਗਾ ਹੁਕਮ, ਮਾਨੇਗਾ ਹੁਕਮ ਸੁਤ ਹੋਏਗਾ ਸਿੱਖ ਸਹੀ, ਮਾਨੇ ਨਾ ਹੁਕਮ ਸੁਤ ਹੋਏਗਾ ਬਿਹਾਲਸਾ। ਪੰਜ ਕੀ ਕੁਸੰਗਤ ਅੱਜ ਸੰਗਤ ਕੋ ਪ੍ਰੀਤ ਕਰ। ਕਹਿੰਦੇ ਪੰਜਾਂ ਦੀ ਜਦੋਂ ਕੁਸੰਗਤ ਨੂੰ ਤਿਆਗ ਦੇਗਾ ਤੇ ਪ੍ਰੀਤ ਹੋਏਗੀ ਗੁਰੂ ਨਾਲ ਤੇ ਗੁਰੂ ਦੀ ਸੰਗਤ ਨਾਲ। ਫਿਰ ਆਪਣੇ ਜੀਵਨ ਦੇ ਵਿੱਚੋਂ, ਆਪਣੇ ਮਨ ਦੇ ਵਿੱਚੋਂ ਹਰ ਤਰ੍ਹਾਂ ਦੀ
ਭਾਵਨਾ ਨੂੰ ਤਿਆਗ ਦੇਗਾ। ਤਿਆਗੇ ਸਭ ਲਾਲਸਾ, ਕੋਈ ਲਾਲਸਾ ਨਹੀਂ ਹੋਏਗੀ ਜੀਵਨ ਦੇ ਵਿੱਚ। ਹੁੱਕਾ ਨਾ ਪੀਵੇ, ਸੀਸ ਦਾੜੀ ਨਾ ਮੁਨਾਵੇ, ਸੋ ਤੋ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਕਾ ਖਾਲਸਾ। ਨਿਸ਼ਾਨੀਆਂ ਦੱਸ ਦਿੱਤੀਆਂ, ਮੇਰਾ ਖਾਲਸਾ ਆ ਹੋਵੇਗਾ, ਇਸ ਤਰ੍ਹਾਂ ਦਾ ਖਾਲਸਾ ਹੈ ਮੇਰਾ। ਇੱਕ ਮੁਰੀਦ ਬਚਨ ਲਿਖਦਾ ਸਿੱਖ ਨੂੰ ਦੇਖ ਕੇ, ਕਹਿੰਦੇ ਜਿਹੜਾ ਗੁਰੂ ਸਾਹਿਬ ਜੀ ਨੇ ਖਾਲਸਾ ਪ੍ਰਗਟ ਕਰ ਦਿੱਤਾ ਉਹ ਸਿੱਖ ਇਸ ਤਰ੍ਹਾਂ ਦਾ ਸੀ। ਜੈਸੇ ਮਹਾਜਾਲ ਮੈਂ ਕਮਲ ਨਿਰਾਲਮ, ਸਭ ਦਾ ਪਿਆਰਾ ਚਾਲ ਸਭ ਤੋਂ ਨਿਰਾਲੀ ਜੀ। ਸਵਾਰਥ ਤੋਂ ਬਿਨਾ ਗੁਰਦੁਆਰਿਆਂ ਦਾ ਚੌਕੀਦਾਰ, ਧਰਮ ਅਤੇ ਜੰਗ ਲਈ ਚੜੇ ਮੁਖ ਲਾਲੀ ਜੀ। ਕਹਿੰਦੇ ਜਿੱਦਾਂ ਚਿੱਕੜ ਭਾਵੇਂ ਪਾਣੀ ਭਾਵੇਂ ਥੱਲੇ ਗੰਦਾ ਹੀ ਹੋਵੇ, ਪਰ ਜਿਹੜਾ ਕਮਲ ਦਾ ਬੂਟਾ ਫੁੱਲ ਹੈ ਨਾ, ਉਹ ਉੱਪਰ ਉੱਠ ਕੇ ਨਾ ਪਾਣੀ ਤੋਂ ਤੇ ਐਨ ਖਿੜਿਆ ਹੋਇਆ, ਸਭ ਨੂੰ ਪਿਆਰਾ ਲੱਗਦਾ, ਸਭ ਨੂੰ ਖੁਸ਼ਬੂ ਦਿੰਦਾ ਹੈ। ਕਹਿੰਦੇ ਇਸੇ ਤਰ੍ਹਾਂ ਗੁਰੂ ਦਾ ਸਿੱਖ ਜਿਹੜਾ ਪ੍ਰਗਟ ਕੀਤਾ ਹੀ ਖਾਲਸਾ, ਉਹ ਸਿੱਖ ਇਸ ਤਰ੍ਹਾਂ ਦਾ ਸੀ। ਉਹਦੇ ਜੀਵਨ ਦੇ ਵਿੱਚੋਂ ਸੱਚ ਦੀਆਂ ਮਹਿਕਾਂ ਹੁੰਦੀਆਂ ਸਨ। ਉਹ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਜੀਵਨ ਮਾਰਗ ਦੇ ਉੱਤੇ ਚੱਲਦਾ ਸੀ। ਸਵਾਰਥ ਤੋਂ ਬਿਨਾਂ ਗੁਰਦੁਆਰਿਆਂ ਦਾ ਚੌਕੀਦਾਰ, ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਵਾਰਥ ਨਹੀਂ ਸੀ ਤੇ ਗੁਰੂ ਘਰ ਦਾ ਚੌਕੀਦਾਰ ਬਣ ਕੇ ਰਹਿੰਦਾ। ਚੌਕੀਦਾਰ ਗੁਰੂ ਘਰ ਦੇ ਵਿੱਚ ਪਹਿਰਾ ਦੇਣ ਵਾਲਾ ਚੌਕੀਦਾਰ ਬਣ ਕੇ ਰਹਿੰਦਾ। ਇੱਥੇ ਹੁਣ ਜੇ ਬੇਨਤੀ ਕਰੀਏ ਵੀ ਭਾਈ ਜਰਾਬਾਂ ਲਾ ਕੇ ਆ ਜਾਓ, ਬਾਹਰ ਫੋਨ ਬੰਦ ਕਰਕੇ ਆ ਜਾਓ, ਪਤਾ ਨਹੀਂ ਮਨ ਵਿੱਚ ਇਹੀ ਹੁੰਦਾ ਹੋਣਾ ਕਿ ਇਹਨਾਂ ਦਾ ਕੋਈ ਫਾਇਦਾ ਹੋਣਾ ਕਿ ਜਿਹੜੇ ਜਰਾਬਾਂ ਲਵਾ ਰਹੇ ਨੇ, ਫੋਨ ਵੀ ਬੰਦ ਕਰਕੇ ਕਹਿੰਦੇ ਆਓ, ਸਾਈਲੈਂਟ ਕਰ ਲਓ, ਨਾ ਗੱਲ ਕਰੋ ਗੁਰਦੁਆਰਾ ਸਾਹਿਬ ਦੇ ਵਿੱਚ। ਫਿਰ ਬੇਨਤੀ ਕਰਦਾ, ਜਦੋਂ ਬਾਹਰੋਂ ਆਉਂਦੇ ਨੇ ਨਾ, ਕੋਈ ਪ੍ਰਚਾਰਕ ਆ ਗਿਆ, ਜਦੋਂ ਆ ਕੇ ਕਹਿੰਦੇ ਨੇ ਇੱਦਾਂ ਲੱਗਦਾ ਵੀ ਇੱਥੋਂ ਦੇ ਤੇ ਬਸ ਇੱਦਾਂ ਹੀ ਕੰਮ ਖਤਮ ਹੀ ਹੈ। ਜਦੋਂ ਕਿਸੇ ਨੇ ਆਉਣਾ ਤੇ ਮੈਂ ਵੀ ਕਿਸੇ ਨਾਲ ਬਾਹਰ ਗੱਲ ਕਰਦਾ, ਕਹਿੰਦੇ ਵੀ ਜੋ ਸੈਕਟਰ 17 ਉੱਥੇ ਪੜ੍ਹੇ ਲਿਖੇ ਲੋਕ ਸਾਰੇ ਰਹਿੰਦੇ ਨੇ, ਸਭ ਸੁਲਝੇ ਹੋਏ ਮਨੁੱਖ ਨੇ, ਤੇ ਸਾਨੂੰ ਇੱਦਾਂ ਸੁਲਝੇ ਬਣ ਕੇ ਇੱਦਾਂ ਰਹਿਣਾ ਚਾਹੀਦਾ। ਜਿਨ੍ਹਾਂ ਦੇ ਵਿੱਚ ਮੇਰੇ ਵਿੱਚ ਵੀ ਕਮੀਆਂ ਨੇ, ਸਾਨੂੰ ਸਾਰਿਆਂ ਨੂੰ ਸੁਧਾਰਨੀਆਂ ਚਾਹੀਦੀਆਂ ਗੁਰੂ ਚਰਨਾਂ ਵਿੱਚ ਆ ਕੇ, ਕਿਉਂਕਿ ਗੁਰੂ ਦੇ ਕੋਲ ਨਹੀਂ ਆਪਾਂ ਕਮੀਆਂ ਸੁਧਾਰਨ ਵਾਸਤੇ। ਗੁਰੂ ਦੇ ਕੋਲ ਜਦੋਂ ਵੀ ਆਉਂਦੇ ਆ, ਗੁਰੂ ਕੋਲੋਂ ਸਿੱਖਿਆ ਲੈਣ ਵਾਸਤੇ ਆਉਂਦੇ ਆ, ਸਿੱਖਿਆ ਦੇਣ ਨਹੀਂ, ਸਿੱਖਿਆ ਲੈਣ ਆਉਣਾ ਗੁਰੂ ਕੋਲ ਜਦੋਂ ਆਉਣਾ। ਸੋ ਅੱਗੇ ਜੀਵਨ ਇਤਿਹਾਸ ਜਿਹੜਾ ਕੱਲ੍ਹ ਤੋਂ ਆਪਾਂ ਫਿਰ ਅਗਲਾ ਆਰੰਭ ਕਰਾਂਗੇ ਜੀ। ਹੋਈਆਂ ਬੇਅੰਤ ਭੁੱਲਾਂ ਤੋਂ ਖਿਮਾ ਬਖਸ਼ਣੀ, ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ।